ਕੰਟੀਨਿਊ ਕਰਦੇ ਹਾਂ ਜੀ। ਆਹ ਦੇਖੋ ਜੀ, ਪੁਰਾਣੇ ਸ਼ਹਿਰ ਦਾ ਇੱਕ ਘੜਾ। ਇਸ ਤਰ੍ਹਾਂ ਦੇ ਬਰਤਨ ਲਗਭਗ 4700 ਸਾਲ ਪਹਿਲਾਂ ਵਰਤੇ ਗਏ ਸਨ। ਆਹ ਦੇਖ ਲਓ ਜੀ ਘੜਾ। ਇਹ ਤਕਰੀਬਨ ਸਿੰਧੂ ਘਾਟੀ ਦੇ ਕਾਲ ਦੀ ਗੱਲਾਂ ਹੋ ਰਹੀਆਂ ਜੀ। 4700 ਸਾਲ ਪਹਿਲਾਂ ਉਸ ਵੇਲੇ ਇਸ ਤਰ੍ਹਾਂ ਦੇ ਘੜੇ ਸੀ ਜੀ, ਇਸ ਤਰ੍ਹਾਂ ਦੇ ਬਰਤਨ। ਹੁਣ ਦੇਖ ਲਓ ਅੱਜ ਦੇ ਦੌਰ ਵਿੱਚ ਵੀ ਜਿਹੜੇ ਘੜੇ ਆ ਉਹ ਇਸੇ ਤਰ੍ਹਾਂ ਦੇ ਸ਼ੇਪ ਦੇ ਆ। ਤੁਸੀਂ ਹਿਸਾਬ ਲਾ ਲਓ ਕਿ ਉਸ ਟਾਈਮ ਵਿੱਚ ਵੀ ਕਿੰਨੀ ਤਰੱਕੀ ਕਰ ਲਈ ਸੀ ਲੋਕਾਂ ਨੇ, ਜਾਂ ਆਮ ਜਿਹੜੇ ਸੀ ਇਨਸਾਨ ਨੇ ਕਿੰਨੀ ਤਰੱਕੀ ਕਰ ਲਈ ਸੀ ਇੰਨੇ ਪੁਰਾਣੇ ਸਮੇਂ ਵਿੱਚ ਵੀ। ਆਹ ਕੁਝ ਸਿੱਕੇ ਦੇਖ ਲਓ ਜੀ, ਲੈਣ ਦੇਣ ਲਈ ਸਿੱਕੇ ਵੀ ਵਰਤੇ ਜਾਂਦੇ ਸਨ। ਸਿੱਕੇ, ਆਹ ਸਿੱਕੇ ਦਾ ਇੱਕ ਹਿੱਸਾ, ਆਹ ਦੂਸਰਾ ਪਾਸਾ। ਤੇ ਜਜਮੈਂਟ ਮਾਰੋ ਜੀ। ਆਹ ਦੇਖਣ ਨੂੰ ਲੱਗਦਾ ਵੀ ਆਹ ਵੈਲਿਊ ਲਿਖੀ ਆ, 1 ਰੁਪਈਆ 2 ਰੁਪਈਆ 3 ਰੁਪਈਏ ਕੁਛ ਹਿਸਾਬ ਦੇ। ਤੇ ਆਹ ਕੁਝ ਸਿੰਬਲ ਆ ਜੀ, ਜਿਹਦੇ ਵਿੱਚ ਜਾਨਵਰਾਂ ਦੇ ਸਿੰਬਲ ਵੀ ਆ, ਕੁਛ ਲਿਖਿਆ ਵੀ ਹੋ ਸਕਦਾ। ਠੀਕ, ਆਹ ਦੇਖ ਲਓ ਜੀ, ਇੱਕ ਪੁਰਾਣਾ ਚਾਂਦੀ ਦਾ ਸਿੱਕਾ। ਇਸ ਤਰ੍ਹਾਂ ਦੇ ਸਿੱਕੇ ਲਗਭਗ 2500 ਸਾਲ ਪਹਿਲਾਂ ਤੋਂ ਵਰਤੇ ਜਾ ਰਹੇ ਸਨ। 2500 ਸਾਲ। ਸਿੱਕੇ ਥੋੜ੍ਹਾ ਬਾਅਦ ਵਿੱਚ ਵਰਤਣੇ ਸ਼ੁਰੂ ਹੋਏ ਸੀ। ਈਸਾ ਤੋਂ 100-200 ਸਾਲ ਪਹਿਲਾਂ ਦੀਆਂ ਗੱਲਾਂ ਜੀ ਇਹ। ਤੇ ਜਰਾ ਸੋਚੋ ਕਿ ਇਹ ਸਿੱਕਾ ਅੱਜ ਦੇ ਸਿੱਕਿਆਂ ਤੋਂ ਕਿਵੇਂ ਅਲੱਗ ਹੈ। ਅੱਜ ਦੇ ਸਿੱਕੇ ਵੀ ਕੁਛ ਇਸ ਤਰ੍ਹਾਂ ਦਾ ਹੀ ਆ। ਸਾਡੇ ਸਿੱਕੇ ਥੋੜ੍ਹੇ ਗੋਲ ਆ, ਤੇ ਸਾਡੇ ਸਿੱਕਿਆਂ ਵਿੱਚ ਵੀ ਕੋਈ ਚਿੰਨ੍ਹ ਹੁੰਦਾ ਆ, ਜਿਸ ਤਰ੍ਹਾਂ ਸੱਤਿਅਮੇਵ ਜਯੰਤੇ ਲਿਖਿਆ ਆ। ਕਈ ਵਾਰ ਕਣਕ, ਝੋਨਾ, ਉਹਦੀ ਫੋਟੋ ਹੋ ਸਕਦੀ ਆ। ਤੇ ਅਲੱਗ ਅਲੱਗ ਤਰ੍ਹਾਂ ਦੀਆਂ ਫੋਟੋਆਂ ਬੱਤੀਆਂ ਹੁੰਦੀਆਂ। ਸਿੱਕੇ ਵੀ ਆਲਮੋਸਟ ਸੇਮ ਜਿਹੇ ਆ। ਇੱਕ ਗੱਲ ਤੁਸੀਂ ਯਾਦ ਰੱਖਣੀ ਆ ਕਿ ਜਦੋਂ NCERT ਨੇ ਇਹ ਗੱਲ ਲਿਖੀ ਹੈ ਨਾ, ਜਰਾ ਸੋਚੋ, ਤੁਸੀਂ ਇਸ ਗੱਲ ਨੂੰ ਸਕਿਪ ਨਹੀਂ ਕਰਨਾ, ਤੁਸੀਂ ਸੱਚੀ ਸੋਚਣਾ ਆ, ਕਿਉਂਕਿ ਇਸ ਦੇ ਉੱਤੇ ਹੀ ਮੇਨਸ ਵਿੱਚ ਪ੍ਰਸ਼ਨ ਬਣ ਜਾਂਦੇ ਆ। ਓਕੇ ਜੀ, ਅੱਗੇ ਪੜ੍ਹਦੇ ਹਾਂ। ਅਸੀਂ ਨਾ ਇਸ ਚੈਪਟਰ ਦਾ ਨਾਂ ਪੜ੍ਹਿਆ ਸੀ। ਆਹ ਦੇਖੋ ਜੀ, ਚੈਪਟਰ ਦਾ ਨਾਂ ਕੀ ਆ? ਆਹ ਦੇਖੋ, ਆਵਰ ਪਾਸਟ। ਆਵਰ ਪਾਸਟ, ਇੱਥੇ ਇੱਕ ਪਾਸਟ ਨਹੀਂ ਲਿਖਿਆ। ਪਾਸਟ ਮਤਲਬ ਅਤੀਤ, ਸਾਡਾ ਇਤਿਹਾਸ, ਅਤੀਤ, ਪੁਰਾਣੀਆਂ, ਸਾਡਾ ਪੁਰਾਣਾ ਕੀ ਸਮਾਂ ਬੀਤਿਆ ਉਸ ਬਾਰੇ। ਇੱਥੇ ਐਸ ਲਿਖਿਆ ਜੀ। ਪਾਸਟ ਪਲੂਰਲ ਆ, ਬਹੁਵਚਨ ਆ। ਸਾਡਾ ਅਤੀਤ ਜਾਂ ਸਾਡੇ ਅਤੀਤ। ਅਤੀਤ ਕਈ ਤਰ੍ਹਾਂ ਦੇ, ਇਹ ਬਹੁਵਚਨ ਇਸ ਕਰਕੇ ਵਰਤਿਆ ਗਿਆ ਜੀ। ਦੇਖੋ, ਹਰੇਕ ਗਰੁੱਪ ਆਫ ਬੰਦੇ ਦੀ ਜਿਹੜੀ ਨਾ ਹਿਸਟਰੀ ਹੁੰਦੀ ਆ, ਇਤਿਹਾਸ ਹੁੰਦਾ, ਅਲੱਗ ਅਲੱਗ ਹੁੰਦਾ। ਰਾਜੇ ਮਹਾਰਾਜਿਆਂ ਦਾ ਅਲੱਗ ਅਲੱਗ, ਆਮ ਜਨਤਾ ਦਾ ਅਲੱਗ, ਔਰਤਾਂ ਦਾ ਅਲੱਗ, ਦਲਿਤਾਂ ਦਾ ਅਲੱਗ, ਕੰਮੀਆਂ ਦਾ ਅਲੱਗ, ਆਦੀਵਾਸੀਆਂ ਦਾ ਅਲੱਗ। ਠੀਕ, ਤਾਂ ਪੋਲੀਟੀਕਲ ਐਂਗਲ ਤੋਂ ਇਤਿਹਾਸ ਅਲੱਗ, ਸਮਾਜਿਕ ਪੱਖ ਤੋਂ ਕੁਛ ਹੋਰ। ਇਹ ਸਾਰੀਆਂ ਗੱਲਾਂ ਕਰਕੇ ਨਾ ਅਸੀਂ ਗੱਲ ਕਰਦੇ ਹਾਂ ਜੀ ਆਵਰ ਪਾਸਟ। ਇਹ ਪਲੂਰਲ ਆ, ਬਹੁਵਚਨ ਆ। ਅੱਛਾ, ਹੁਣ ਇੱਥੇ ਗੱਲ ਇੱਕ ਹੋਰ ਤੁਸੀਂ ਦੇਖਣੀ ਜੀ ਹਿਸਟਰੀ ਦੇ ਪੱਖੋਂ, ਕਿ ਪੁਰਾਣੇ, ਬਹੁਤ ਜ਼ਿਆਦਾ ਪੁਰਾਣੇ ਸਮੇਂ ਨੂੰ ਤਾਂ ਅਸੀਂ ਥੋੜ੍ਹਾ ਬਹੁਤ ਘੋਖ ਪੜਤਾਲ ਕਰਕੇ ਕੁਛ ਨਾ ਕੁਛ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਠੀਕ ਹੈ ਜੀ, ਜਾਣ ਲਿਆ ਜੀ, ਇਨਡਾਇਰੈਕਟਲੀ ਪਤਾ ਕਰ ਲਿਆ ਜੀ ਆਹ ਹੁੰਦਾ ਸੀ। ਪਰ ਜਦੋਂ ਬਾਅਦ ਵਿੱਚ ਲਿਖਤੀ ਸਬੂਤ ਮਿਲਣੇ ਸ਼ੁਰੂ ਹੋਏ, ਜਿਸ ਤਰ੍ਹਾਂ ਕੋਈ ਸ਼ਿਲਾਲੇਖ ਮਿਲਣਾ ਸ਼ੁਰੂ ਹੋ ਗਿਆ, ਜਾਂ ਕੋਈ ਵੈਸੇ ਸਾਹਿਤ ਦੀ ਰਚਨਾ ਮਿਲਣੀ ਸ਼ੁਰੂ ਹੋ ਗਈ, ਫਿਰ ਉਹਨਾਂ ਨੂੰ ਪੜ੍ਹ ਕੇ ਜਿਹੜੀ ਹਿਸਟਰੀ ਪਤਾ ਲੱਗਦੀ ਹੈ ਨਾ, ਉਹ ਆਮ ਜਨਤਾ ਦੀ ਹਿਸਟਰੀ ਥੋੜ੍ਹੀ ਘੱਟ ਹੁੰਦੀ ਹੈ, ਰਾਜੇ ਮਹਾਰਾਜਿਆਂ ਦੀ ਹਿਸਟਰੀ ਜ਼ਿਆਦਾ ਹੁੰਦੀ ਆ। ਤੇ ਆਮ ਜਨਤਾ ਦੀ ਹਿਸਟਰੀ ਨੂੰ ਪੜ੍ਹਨ ਲਈ ਉਸ ਸਮੇਂ ਦੀਆਂ ਜਿਹੜੇ ਆਪਣੇ ਲੋਕ ਸਾਹਿਤ ਆ ਉਹਨੂੰ ਪੜ੍ਹਨਾ ਪੈਂਦਾ ਆ। ਹੁਣ ਦੇਖੋ, ਇਹ ਥੋੜ੍ਹੀ ਇੰਟਰਸਟਿੰਗ ਗੱਲ ਹੋ ਗਈ ਕਿ ਪਹਿਲੀ ਤਾਂ ਗੱਲ ਆ ਕਿ ਹਿਸਟਰੀ ਵੈਸੇ ਨਹੀਂ ਪਤਾ ਲੱਗਦੀ ਕੀ ਆ। ਠੀਕ ਹੈ ਜੀ, ਤੇ ਜਦੋਂ ਪਤਾ ਲੱਗਦੀ ਆ ਤਾਂ ਕਿਹਨਾਂ ਦੀ ਪਤਾ ਲੱਗਦੀ ਆ? ਰਾਜਿਆਂ ਮਹਾਰਾਜਿਆਂ ਦੀ, ਐਲੀਟ ਵਰਗਾਂ ਦੀ। ਹੁਣ ਕੀ ਕਰੀਏ? ਤਾਂ ਜੇ ਆਮ ਜਨਤਾ ਦੀ ਹਿਸਟਰੀ ਜਾਣਨੀ ਆ ਤਾਂ ਫਿਰ ਕੀ ਕਰਨਾ ਪੈਂਦਾ ਆ? ਲੋਕ ਸਾਹਿਤ ਦੇਖਣਾ ਪੈਂਦਾ ਆ, ਕੁਛ ਹੋਰ ਪ੍ਰਕਾਰ ਦੀਆਂ ਖੋਜਾਂ ਕਰਨੀਆਂ ਪੈਂਦੀਆਂ ਆ, ਤੇ ਇਨਡਾਇਰੈਕਟਲੀ ਹੈ ਨਾ, ਆਹ ਸਿੱਧੇ ਤੌਰ 'ਤੇ ਗੱਲਾਂ ਫਿਰ ਪਤਾ ਲੱਗਦੀਆਂ ਵੀ ਹਾਂ ਵੀ ਆਹ ਗੱਲਾਂ ਹੋਣਗੀਆਂ। ਇਸ ਲਈ ਇਤਿਹਾਸ ਇੱਕ ਨਹੀਂ ਹੁੰਦਾ। ਇਤਿਹਾਸ ਅਸੀਂ ਪਾਸਟ ਕਿਹਾ ਆ, ਐਸ ਲਾਇਆ ਨਾਲ, ਵੀ ਜ਼ਿਆਦਾ ਇਤਿਹਾਸ ਆ। ਰਾਜਿਆਂ ਦੇ ਆਪਣੇ ਆ, ਵਪਾਰੀਆਂ ਦੇ ਆਪਣੇ ਇਤਿਹਾਸ ਆ, ਔਰਤਾਂ ਦੇ ਆਪਣਾ, ਦਲਿਤਾਂ ਦੇ ਆਪਣਾ। ਇਸ ਤਰ੍ਹਾਂ ਇਤਿਹਾਸ ਵੀ ਕਈ ਪ੍ਰਕਾਰ ਦੇ ਹੁੰਦੇ ਆ। ਠੀਕ ਹੈ ਜੀ, ਇਹ ਥੋੜ੍ਹਾ ਅਸੀਂ ਦੇਖ ਲਿਆ ਜੀ। ਹੁਣ ਇਸੇ ਗੱਲ ਨੂੰ ਅਸੀਂ ਪੜ੍ਹ ਲੈਂਦੇ ਹਾਂ ਜੀ।
ਦੇਖ ਲੈਂਦੇ ਜੀ, ਆਪਣੇ ਮੇਨ ਪੇਜ ਤੇ ਆ ਜਾਂਦੇ ਆ। ਕੀ ਤੁਸੀਂ ਇਸ ਕਿਤਾਬ ਦੇ ਸਿਰਲੇਖ ਵੱਲ ਧਿਆਨ ਦਿੱਤਾ? ਸਿਰਲੇਖ ਆ ਜੀ ਸਾਡੇ ਅਤੀਤ, ਸਾਡਾ ਅਤੀਤ ਨਹੀਂ, ਸਾਡੇ ਅਤੀਤ, ਮਤਲਬ ਅਤੀਤ ਵੀ ਕਈ ਪ੍ਰਕਾਰ ਦੇ। ਲੋਕਾਂ ਦੇ ਵੱਖ-ਵੱਖ ਸਮੂਹਾਂ ਲਈ ਅਤੀਤ ਵੱਖਰਾ ਸੀ, ਇਸ ਲਈ ਇਸ ਤੱਥ ਵੱਲ ਧਿਆਨ ਖਿੱਚਣ ਲਈ ਬਹੁਵਚਨ ਵਿੱਚ ਅਤੀਤ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਠੀਕ ਹੈ ਜੀ। ਉਦਾਹਰਨ ਦੇਖ ਲਓ, ਪਸ਼ੂ ਪਾਲਕਾਂ ਜਾਂ ਕਿਸਾਨਾਂ ਦਾ ਜੀਵਨ ਰਾਜਿਆਂ ਅਤੇ ਰਾਣੀਆਂ ਨਾਲੋਂ ਵੱਖਰਾ ਸੀ। ਵਪਾਰੀਆਂ ਦਾ ਜੀਵਨ ਸ਼ਿਲਪਕਾਰੀ ਵਿਅਕਤੀਆਂ ਨਾਲੋਂ ਵੱਖਰਾ ਸੀ, ਵਗੈਰਾ ਵਗੈਰਾ। ਨਾਲ ਹੀ ਜਿਵੇਂ ਕਿ ਅੱਜ ਵੀ ਇਸ ਤਰ੍ਹਾਂ ਹੀ ਹੈ ਕਿ ਲੋਕ ਵੱਖੋ ਵੱਖਰੇ ਹਿੱਸਿਆਂ ਵਿੱਚ ਵੱਖੋ ਵੱਖਰੇ ਰੀਤੀ ਰਿਵਾਜਾਂ ਦੀ ਪਾਲਣਾ ਕਰਦੇ ਹਨ। ਹੁਣ ਦੇਖੋ, ਇੱਕ ਤਾਂ ਲੋਕਾਂ ਦੇ ਸਮੂਹ ਦੀ ਅਸੀਂ ਗੱਲ ਕੀਤੀ, ਰਾਜੇ ਰਾਣੀਆਂ, ਆਮ ਜਨਤਾ, ਕਿਸਾਨ, ਵਪਾਰੀ। ਹੁਣ ਇੱਕ ਗੱਲ ਆ ਕਿ ਇੱਕ ਏਰੀਏ ਦੇ ਕਿਸਾਨਾਂ ਦਾ ਸੱਭਿਆਚਾਰ ਦੂਸਰੇ ਏਰੀਏ ਦੇ ਕਿਸਾਨਾਂ ਦੇ ਸੱਭਿਆਚਾਰ ਤੋਂ ਵੀ ਵੱਖ ਹੁੰਦਾ ਆ। ਤਾਂ ਕਹਿਣ ਦਾ ਮਤਲਬ ਜੋਗਰਾਫੀ ਦੇ ਹਿਸਾਬ ਨਾਲ, ਖੇਤਰ ਦੇ ਹਿਸਾਬ ਨਾਲ ਵੀ ਚੀਜ਼ਾਂ ਵੱਖਰੀਆਂ ਵੱਖਰੀਆਂ ਹੋ ਜਾਂਦੀਆਂ। ਦੇਖੋ ਜੀ, ਉਦਾਹਰਨ ਲਈ ਅੱਜ ਅੰਡੇਮਾਨ ਦੀਪ ਸਮੂਹ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਮੱਛੀਆਂ ਫੜਨ, ਸ਼ਿਕਾਰ ਕਰਕੇ ਅਤੇ ਜੰਗਲੀ ਉਪਜ ਇਕੱਠੀ ਕਰਕੇ ਆਪਣਾ ਭੋਜਨ ਪ੍ਰਾਪਤ ਕਰਦੇ ਹਨ। ਇਹ ਉੱਥੋਂ ਦੀ ਜੋਗਰਾਫੀ ਦੇ ਹਿਸਾਬ ਨਾਲ ਉਹਨਾਂ ਦੇ ਕੰਮ ਧੰਦੇ ਆ। ਇਸ ਦੇ ਉਲਟ ਸ਼ਹਿਰਾਂ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਭੋਜਨ ਦੀ ਸਪਲਾਈ ਲਈ ਦੂਜਿਆਂ 'ਤੇ ਨਿਰਭਰ ਕਰਦੇ ਹਨ। ਜੋ ਸ਼ਹਿਰਾਂ 'ਚ ਰਹਿੰਦੇ ਆ, ਉਹਨਾਂ ਨੂੰ ਦੁੱਧ ਚਾਹੀਦਾ ਅਤੇ ਉਹ ਮੱਝਾਂ ਥੋੜ੍ਹੀ ਪਾਲਦੇ ਆ, ਉਹਨਾਂ ਲਈ ਪੈਕਟ ਦੁੱਧ ਆਉਂਦਾ। ਠੀਕ ਹੈ ਨਾ। ਇਸ ਹਿਸਾਬ ਨਾਲ ਹੋਰ ਜੀਵਨ ਦੀਆਂ ਚੀਜ਼ਾਂ ਵੀ ਉਹ ਦੂਸਰੇ ਤੋਂ ਪ੍ਰਾਪਤ ਕਰਦੇ ਆ, ਦੂਸਰਿਆਂ 'ਤੇ ਨਿਰਭਰ ਰਹਿੰਦੇ ਆ। ਇਸ ਤਰ੍ਹਾਂ ਦੇ ਅੰਤਰ ਅਤੀਤ ਭਾਵ ਬੀਤੇ ਸਮੇਂ ਵਿੱਚ ਵੀ ਮੌਜੂਦ ਸਨ। ਠੀਕ ਹੈ ਜੀ। ਇਸ ਤੋਂ ਇਲਾਵਾ ਇੱਕ ਹੋਰ ਕਿਸਮ ਦਾ ਅੰਤਰ ਹੈ। ਉਹ ਕਿਹੜਾ ਜੀ? ਅਸੀਂ ਰਾਜਿਆਂ ਅਤੇ ਉਹਨਾਂ ਦੀਆਂ ਲੜਾਈਆਂ ਬਾਰੇ ਬਹੁਤ ਕੁਝ ਜਾਣਦੇ ਹਾਂ, ਕਿਉਂਕਿ ਉਹਨਾਂ ਨੇ ਆਪਣੀਆਂ ਜਿੱਤਾਂ ਦਾ ਰਿਕਾਰਡ ਰੱਖਿਆ ਸੀ। ਅਸੀਂ ਦੇਖਿਆ ਕਿ ਕਿਸ ਤਰ੍ਹਾਂ ਰਾਜੇ ਪਿੱਲਰਾਂ 'ਤੇ ਆਪਣੇ ਬਾਰੇ ਗੱਲਾਂ ਲਿਖਵਾਉਂਦੇ ਸੀ ਅਤੇ ਉਹਨਾਂ ਦੀਆਂ ਗੱਲਾਂ ਸਾਨੂੰ ਜ਼ਿਆਦਾ ਪਤਾ ਆ। ਆਮ ਤੌਰ 'ਤੇ ਆਮ ਲੋਕ ਜਿਵੇਂ ਕਿ ਸ਼ਿਕਾਰੀ, ਮੱਛੀਆਂ ਫੜਨ ਵਾਲੇ ਲੋਕ, ਕਿਸਾਨ ਜਾਂ ਚਰਵਾਹੇ, ਉਹਨਾਂ ਨੇ ਕੀ ਕੀਤਾ ਸੀ, ਇਹ ਸਭ ਦਾ ਰਿਕਾਰਡ ਨਹੀਂ ਰੱਖਦੇ ਸਨ। ਇਹ ਜਨਤਾ ਥੋੜ੍ਹੀ ਆਪਣਾ ਰਿਕਾਰਡ ਰੱਖਦੇ ਸੀ। ਰਾਜੇ ਰੂਜੇ ਰੱਖ ਲੈਂਦੇ ਸੀ ਤਾਂ ਸਾਨੂੰ ਰਾਜਿਆਂ ਦਾ ਇਤਿਹਾਸ ਜ਼ਿਆਦਾ ਪਤਾ ਆ, ਇਹਨਾਂ ਦਾ ਘੱਟ ਪਤਾ ਆ। ਹਾਲਾਂਕਿ ਪੁਰਾਤੱਤਵ ਵਿਗਿਆਨ ਉਹਨਾਂ ਦੇ ਜੀਵਨ ਬਾਰੇ ਪਤਾ ਲਗਾਉਣ ਵਿੱਚ ਸਾਡੀ ਮਦਦ ਕਰਦਾ ਹੈ। ਜਿਹੜੇ ਆਰਕੀਓਲੋਜਿਸਟ ਹੁੰਦੇ ਆ, ਉਹ ਆਪਣੀ ਖੋਜ ਪੜਤਾਲ ਕਰਕੇ ਆਮ ਜਨਤਾ ਦੇ ਜੀਵਨ ਬਾਰੇ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰਦੇ ਆ। ਜਿਸ ਤਰ੍ਹਾਂ ਜੇ ਨਦੀ ਜਾਂ ਕਿਸੇ ਝੀਲ ਦੇ ਕੰਢੇ ਹੈ ਨਾ, ਉਹ ਆਦੀਵਾਸੀ ਵਗੈਰਾ ਲੋਕ ਰਹਿੰਦੇ ਹੋਣਗੇ ਪੁਰਾਣੇ, ਤਾਂ ਉੱਥੋਂ ਜਿਹੜੇ ਪੱਥਰ ਵਗੈਰਾ ਮਿਲਦੇ ਆ, ਫਿਰ ਅਸੀਂ ਸੋਚਦੇ ਹਾਂ ਕਿ ਹਾਂ ਵੀ ਇਹ ਪੱਥਰਾਂ ਨੂੰ ਨਾ, ਇਹ ਪੱਥਰ ਕੀ ਆ, ਉਹਨਾਂ ਦੇ ਔਜ਼ਾਰ ਹੁੰਦੇ ਹੋਊਗੇ, ਕਿਉਂਕਿ ਜੇ ਪੱਥਰ ਨੂੰ ਤਰਾਸ਼ਿਆ ਹੋਇਆ ਆ ਤਾਂ ਪਤਾ ਲੱਗ ਜਾਂਦਾ ਦੇਖ ਕੇ ਕਿ ਇਹ ਤਿੱਖੇ ਕੀਤੇ ਹੋਏ ਆ। ਅਤੇ ਇਸ ਤਰ੍ਹਾਂ ਅਸੀਂ ਇੰਡਾਇਰੈਕਟਲੀ ਕੁਛ ਨਾ ਕੁਛ ਨਾ ਗੱਲਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਬਹੁਤ ਕੁਝ ਅਜਿਹਾ ਹੈ ਜੋ ਅਣਜਾਣ ਰਹਿੰਦਾ ਹੈ। ਕੋਸ਼ਿਸ਼ ਤਾਂ ਅਸੀਂ ਕਰਦੇ ਹਾਂ, ਪਰ ਸਾਰੀ ਨੌਲੇਜ ਪਤਾ ਨਹੀਂ ਲੱਗ ਪਾਉਂਦੀ। ਓਕੇ ਜੀ, ਇਹ ਕੁਛ ਗੱਲਾਂ ਪੜ੍ਹੀਆਂ। ਹੁਣ ਅਸੀਂ ਗੱਲ ਕਰਦੇ ਜੀ ਤਾਰੀਖਾਂ ਬਾਰੇ। ਤਾਰੀਖਾਂ ਦਾ ਕੀ ਅਰਥ ਹੈ? ਦੇਖੋ ਜੀ, ਜਦੋਂ ਅਸੀਂ ਤਾਰੀਖ ਦੀ ਗੱਲ ਕਰਦੇ ਹਾਂ ਤਾਂ ਕੁਛ ਨਾ ਇੱਕ ਬੇਸ ਮੰਨਣਾ ਪੈਂਦਾ ਆ। ਜਿੱਦਾਂ ਮੰਨ ਲਓ ਵੀ ਕਿ ਇੱਕ ਸਮੇਂ ਨੂੰ ਤੁਸੀਂ ਮੰਨ ਲਿਆ ਕਿ ਆਹ ਹੋ ਗਿਆ ਜ਼ੀਰੋ ਤੋਂ ਪਹਿਲਾਂ ਵਾਲੇ ਤਾਂ ਜ਼ੀਰੋ ਤੋਂ ਬਾਅਦ ਵਾਲੇ। ਹੁਣ ਜ਼ੀਰੋ ਕਿਹਨੂੰ ਮੰਨੀਏ? ਐਟ ਪ੍ਰੈਜ਼ੈਂਟ ਨਾ ਵਰਲਡ ਲੈਵਲ 'ਤੇ ਜਿਹੜੇ ਯਿਸੂ ਮਸੀਹ ਆ, ਠੀਕ ਹੈ ਨਾ, ਕ੍ਰਾਈਸਟ ਆ, ਜੀਸਸ ਕ੍ਰਾਈਸਟ ਆ, ਉਹਨਾਂ ਦੇ ਜਨਮ ਦਿਨ ਨੂੰ ਜ਼ੀਰੋ ਮੰਨ ਲਿਆ ਜਾਂਦਾ। ਅਤੇ ਉਹਨਾਂ ਤੋਂ ਪਹਿਲਾਂ ਵਾਲੇ ਸਮੇਂ ਨੂੰ ਕਹਿ ਦਿੰਦੇ ਜੀ BC, ਮਤਲਬ ਬਿਫੋਰ ਕ੍ਰਾਈਸਟ। ਤਾਂ ਉਹਨਾਂ ਤੋਂ ਬਾਅਦ ਵਾਲੇ ਸਮੇਂ ਨੂੰ ਕਹਿ ਦਿੰਦੇ ਜੀ AD, ਐਨੋ ਡੋਮਿਨੀ। ਐਨੋ ਡੋਮਿਨੀ ਦਾ ਮਤਲਬ ਈਸਾ ਦੇ ਲਾਈਫ ਵਿੱਚ। ਸਿੰਪਲ ਕਹਿ ਲਈਏ, ਈਸਾ ਤੋਂ ਪਹਿਲਾਂ ਵਾਲਾ ਤਾਂ ਈਸਾ ਤੋਂ ਬਾਅਦ ਵਾਲਾ। ਇਹ ਤਾਂ ਹੋ ਗਿਆ ਜੀ ਵਰਲਡ ਲੈਵਲ 'ਤੇ। ਕਿਉਂਕਿ ਬ੍ਰਿਟੇਨ ਲੋਕਾਂ ਨੇ ਕਾਫੀ
ਰਾਜ ਕੀਤਾ ਪੂਰੇ ਵਰਲਡ ਤੇ ਮੈਜੋਰਿਟੀ ਵਿੱਚ ਫਿਰ ਲੋਕ ਉਹਨੂੰ ਫੋਲੋ ਕਰਦੇ ਆ ਇਸ ਪੈਮਾਨੇ ਨੂੰ। ਤੇ ਕ੍ਰਿਸਚਨ ਲੋਕ ਵੀ ਹੈਗੇ ਆ ਨਾ, ਇਹਨਾਂ ਨੇ ਰਾਜ ਕੀਤਾ। ਬੇਸਿਕਲੀ ਬ੍ਰਿਟਿਸ਼ ਅਸੀਂ ਕਹਿ ਦਈਏ, ਪਰ ਬ੍ਰਿਟਿਸ਼ਰ ਦੇ ਨਾਲ ਅੰਗਰੇਜ਼ਾਂ ਨੇ ਰਾਜ ਕੀਤਾ ਸੀ। ਬਾਕੀ ਮੁਲਕਾਂ ਨੇ ਵੀ ਦੂਸਰਿਆਂ 'ਤੇ ਰਾਜ ਕੀਤਾ ਤੇ ਉਹ ਸਾਰੇ ਮੋਸਟਲੀ ਕੀ ਆ, ਉੱਧਰ ਦੇ ਮੇਜਰ ਧਰਮ ਕੀ ਆ, ਕ੍ਰਿਸਚਨ। ਤਾਂ ਫਿਰ ਕ੍ਰਿਸਚਨ ਦੇ ਹਿਸਾਬ ਨਾਲ ਡੇਟਾਂ ਚੱਲਦੀਆਂ। ਪਰ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਆਪਣੇ ਭਾਰਤ ਵਿੱਚ ਵੀ 2 ਏਰਾ ਚੱਲਦੇ ਜੀ, 2 ਤਰੀਕਾਂ ਚੱਲਦੀਆਂ ਸੀ। ਇੱਕ ਤਾਂ ਸੀ ਜੀ ਸਾਕਾ ਏਰਾ। ਉਹ ਈਸਾ ਤੋਂ 58 ਸਾਲ ਪਹਿਲਾਂ ਦੀ ਗੱਲਾਂ ਆ, 57 ਸਾਲ, ਹਾਂਜੀ 57 ਸਾਲ ਪਹਿਲਾਂ ਦੀ ਗੱਲ ਆ, ਪਹਿਲਾਂ ਤੋਂ ਸ਼ੁਰੂ ਹੁੰਦਾ। ਦੂਸਰਾ ਹੈ ਜੀ ਬਿਕਰਮ ਸੰਮਤ ਈਸਾ ਤੋਂ 78 ਸਾਲ ਬਾਅਦ ਸ਼ੁਰੂ ਹੁੰਦਾ, 78 AD। ਇਹ ਤੁਸੀਂ ਕੁਝ ਗੱਲਾਂ ਯਾਦ ਰੱਖਣੀਆਂ। ਹੁਣ ਅਸੀਂ ਪੜ੍ਹ ਲੈਂਦੇ ਹਾਂ ਤਰੀਕਾਂ ਬਾਰੇ, ਡੇਟਸ ਬਾਰੇ। ਜੇ ਕੋਈ ਤੁਹਾਨੂੰ ਤਾਰੀਖ ਪੁੱਛਦਾ ਹੈ ਤਾਂ ਤੁਸੀਂ ਸ਼ਾਇਦ ਦਿਨ, ਮਹੀਨਾ ਅਤੇ ਸਾਲ 2000 ਅਤੇ ਕੁਝ ਦਾ ਜ਼ਿਕਰ ਕਰੋਗੇ। ਇਹੀ ਕਹੋਗੇ ਨਾ ਵੀ ਆਹ ਦਿਨ ਆ, ਆਹ ਮਹੀਨਾ ਆ, ਜਨਵਰੀ, ਫਰਵਰੀ, ਤੇ ਸਾਲ ਹੈਗਾ 2023, 2024, ਇਸ ਤਰ੍ਹਾਂ। ਇਹ ਸਾਲ ਆਮ ਤੌਰ 'ਤੇ ਈਸਾਈ ਧਰਮ ਦੇ ਸੰਸਥਾਪਕ ਯਿਸੂ ਮਸੀਹ ਦੇ ਜਨਮ ਦਿਨ ਲਈ ਨਿਰਧਾਰਤ ਕੀਤੀ ਗਈ ਤਾਰੀਖ ਤੋਂ ਗਿਣੇ ਜਾਂਦੇ ਹਨ। ਜੇ 2023 ਦੀ ਗੱਲ ਕਰਦੇ ਪਏ ਆਪਾਂ ਜਾਂ 2000 ਦੀ ਗੱਲ ਕਰਦੇ ਪਏ ਆ, ਇਹਦਾ ਮਤਲਬ ਕੀ ਆ, ਯਿਸੂ ਮਸੀਹ ਜੀ ਦੇ ਜਨਮ ਦਿਨ ਤੋਂ 2000 ਸਾਲ ਬਾਅਦ ਜਾਂ 2023 ਸਾਲ ਬਾਅਦ। ਮਤਲਬ ਕਿ 0 ਕਿੱਥੋਂ ਅਸੀਂ ਗਿਣਿਆ, ਯਿਸੂ ਮਸੀਹ ਦੇ ਜਨਮ ਦਿਨ ਤੋਂ 0 ਗਿਣਿਆ। ਠੀਕ ਹੈ ਜੀ। ਇਸ ਲਈ 2000 ਦਾ ਮਤਲਬ ਹੈ ਮਸੀਹ ਦੇ ਜਨਮ ਤੋਂ 2000 ਸਾਲ ਬਾਅਦ। ਠੀਕ ਹੈ ਜੀ। ਮਸੀਹ ਦੇ ਜਨਮ ਤੋਂ ਪਹਿਲਾਂ ਦੀਆਂ ਸਾਰੀਆਂ ਤਾਰੀਖਾਂ ਪਿੱਛੇ ਨੂੰ ਗਿਣੀਆਂ ਜਾਂਦੀਆਂ ਹਨ ਅਤੇ ਆਮ ਤੌਰ 'ਤੇ BC ਮਤਲਬ ਬਿਫੋਰ ਕ੍ਰਾਈਸਟ, ਮਸੀਹ ਤੋਂ ਪਹਿਲਾਂ, ਬਿਫੋਰ ਕ੍ਰਾਈਸਟ, ਮਸੀਹ ਤੋਂ ਪਹਿਲਾਂ ਅੱਖਰ ਸ਼ਾਮਿਲ ਕੀਤੇ ਜਾਂਦੇ ਹਨ। ਠੀਕ ਹੈ ਨਾ। ਆ ਦੇਖੋ, ਜੇ ਤਾਂ ਹੋਵੇ BC, ਇਹਦਾ ਮਤਲਬ ਬਿਫੋਰ ਕ੍ਰਾਈਸਟ, ਈਸਾ ਤੋਂ ਪਹਿਲਾਂ। ਤਾਂ ਜੇ ਲਿਖਿਆ ਹੋਵੇ AD ਕਈ ਵਾਰ ਨਹੀਂ ਵੀ ਲਿਖਦੇ ਕਿਉਂਕਿ ਉਹ ਕਾਮਨ ਅੰਡਰਸਟੈਂਡਿੰਗ ਆ। ਹਾਂ, ਪਹਿਲੋਂ ਵਾਲੇ ਸਮੇਂ ਲਈ BC ਲਿਖ ਦਿੰਦੇ ਆ, ਬਿਫੋਰ ਕ੍ਰਾਈਸਟ। AD, ਇਹ 2 ਲਾਤੀਨੀ ਸ਼ਬਦਾਂ ਐਨੋ ਡੋਮਿਨੀ, ਜਿਸ ਦਾ ਅਰਥ ਹੈ ਪ੍ਰਭੂ ਜਾਂ ਮਸੀਹ ਦਾ ਸਾਲ। ਸਿੰਪਲ ਕਹਿ ਲਓ ਕਿ ਜਨਮ ਤੋਂ ਬਾਅਦ ਦੀਆਂ ਗੱਲਾਂ, ਜਨਮ ਤੋਂ ਬਾਅਦ ਦਾ ਟਾਈਮ, ਯਿਸੂ ਦੇ ਜਨਮ ਤੋਂ ਬਾਅਦ ਦਾ ਟਾਈਮ AD ਵਿੱਚ ਲਿਖਿਆ ਜਾਂਦਾ। ਇਸ ਲਈ 2023 ਨੂੰ ਇਸ ਤਰ੍ਹਾਂ ਵੀ ਲਿਖਿਆ ਜਾ ਸਕਦਾ ਹੈ, AD 2023 ਜਾਂ 2023 ਈਸਵੀ। ਇਹਦਾ ਮਤਲਬ ਯਿਸੂ ਦੇ ਜਨਮ ਤੋਂ 2023 ਸਾਲ ਬਾਅਦ। ਠੀਕ ਹੈ ਜੀ। ਪਰ ਕਈ ਵਾਰ ਨਾ AD ਦੀ ਬਜਾਏ CE ਅਤੇ BC ਦੀ ਬਜਾਏ BCE ਵਰਤਿਆ ਜਾਂਦਾ ਹੈ। AD ਦੀ ਬਜਾਏ CE ਦਾ ਮਤਲਬ ਕਾਮਨ ਏਰਾ, ਤੇ BC ਦਾ ਮਤਲਬ BC ਦੀ ਜਗ੍ਹਾ BCE, ਬਿਫੋਰ ਕਾਮਨ ਏਰਾ, ਇਹ ਵੀ ਵਰਤ ਲਿਆ ਜਾਂਦਾ ਹੈ। ਇਹਦਾ ਮਤਲਬ ਕੀ ਹੁੰਦਾ ਜੀ, ਯੁੱਗ। ਕਈ ਵਾਰ AD ਦੀ ਬਜਾਏ CE ਅਤੇ BC ਦੀ ਬਜਾਏ BCE ਵਰਤਿਆ ਜਾਂਦਾ ਹੈ। CE ਅੱਖਰ ਆਮ ਯੁੱਗ ਮਤਲਬ ਕਾਮਨ ਏਰਾ, C ਤੋਂ ਕਾਮਨ, E ਤੋਂ ਏਰਾ, ਕਾਮਨ ਏਰਾ ਲਈ, ਅਤੇ BCE ਦਾ ਅਰਥ ਆਮ ਯੁੱਗ ਤੋਂ ਪਹਿਲਾਂ, ਬਿਫੋਰ ਕਾਮਨ ਏਰਾ, ਇਸ ਲਈ ਵਰਤ ਲਿਆ ਜਾਂਦਾ ਜੀ। ਇਸ ਤਰ੍ਹਾਂ CE ਹੋ ਗਿਆ ਜੀ ਜੋ ਚੱਲਦਾ ਪਿਆ ਕਾਮਨ ਏਰਾ, ਤਾਂ BCE ਬਿਫੋਰ ਕਾਮਨ ਏਰਾ, ਈਸਾ ਦੇ ਜਨਮ ਤੋਂ ਪਹਿਲਾਂ। ਇਹ ਵੀ ਲਿਖ ਲਿਆ ਜਾਂਦਾ ਤੇ ਤੁਸੀਂ ਕਨਫਿਊਜ਼ ਨਹੀਂ ਹੋਣਾ। ਠੀਕ ਹੈ ਨਾ। AD ਲਈ CE ਅਤੇ ਆਪਣਾ BC ਲਈ BCE, ਇਹ ਵੀ ਲਿਖ ਲਿਆ ਜਾਂਦਾ। ਅਸੀਂ ਵੀ ਇਹਨਾਂ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਕਿਉਂਕਿ ਈਸਾਈ ਯੁੱਗ ਹੁਣ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਵਰਤਿਆ ਜਾਂਦਾ ਹੈ। ਹਰ ਪਾਸੇ ਆਮ ਤੌਰ 'ਤੇ ਮੈਜੋਰਿਟੀ ਵਿੱਚ ਈਸਾ ਨੂੰ 0 ਮੰਨ ਕੇ ਡੇਟ ਨਿਰਧਾਰਿਤ ਕੀਤੀ ਜਾਂਦੀ ਆ। ਤਾਂ ਸਾਡੇ 'ਤੇ ਵੀ ਬ੍ਰਿਟਿਸ਼ਰ ਦਾ ਰਾਜ ਰਿਹਾ ਆ ਤੇ ਪੂਰੇ ਵਰਲਡ ਵਿੱਚ ਇਕਸਾਰਤਾ ਰਵੇ, ਡੇਟਾਂ ਦੀ ਸਮਝ ਹੋਵੇ, ਇਸ ਲਈ ਅਸੀਂ ਵੀ ਇਹੀ ਵਰਤ ਲੈਂਦੇ ਹਾਂ। ਭਾਰਤ ਵਿੱਚ ਅਸੀਂ ਡੇਟਿੰਗ ਦੇ ਇਸ ਰੂਪ ਦੀ ਵਰਤੋਂ ਲਗਭਗ 200 ਸਾਲ ਪਹਿਲਾਂ ਤੋਂ ਸ਼ੁਰੂ ਕੀਤੀ ਸੀ। 200 ਸਾਲ ਪਹਿਲਾਂ ਮੀਨ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ। ਠੀਕ ਹੈ ਜੀ। ਅਤੇ ਕਈ ਵਾਰ ਅੱਖਰ BP ਅਰਥਾਤ ਬਿਫੋਰ ਪ੍ਰੈਜ਼ੈਂਟ, ਮੌਜੂਦ ਤੋਂ ਪਹਿਲਾਂ ਵੀ ਵਰਤੇ ਜਾਂਦੇ ਹਨ। ਬਿਫੋਰ ਪ੍ਰੈਜ਼ੈਂਟ, ਹੁਣ ਤੋਂ ਪਹਿਲਾਂ। ਠੀਕ ਹੈ ਜੀ। ਓਕੇ, ਹੁਣ ਥੋੜ੍ਹਾ ਹੋਰ ਟੌਪਿਕ 'ਤੇ ਆਈਏ। ਅਸੀਂ ਦੇਖਿਆ ਹੈ ਕਿ ਸ਼ਿਲਾ ਲੇਖ ਸਖਤ ਸਤਹ 'ਤੇ ਲਿਖੇ ਜਾਂਦੇ ਸਨ। ਹੁਣ ਪੁਰਾਣੇ ਜ਼ਮਾਨੇ 'ਚ ਸਖਤ ਸਤਹ ਜਿੱਦਾਂ ਪੱਥਰ ਹੋ ਗਏ ਜਾਂ ਕੋਈ ਮੈਟਲ ਦੀ ਪਲੇਟ ਹੋ ਗਈ,
ਉੱਥੇ ਕੁਛ ਅੱਖਰ ਲਿਖ ਦਿੱਤੇ ਜਾਂਦੇ ਸੀ। ਅਸੀਂ ਉਹਨਾਂ ਨੂੰ ਪੜ੍ਹ ਕੇ ਸਮਝ ਕੇ ਅੰਦਾਜ਼ਾ ਲਾ ਕੇ ਫਿਰ ਦੇਖਦੇ ਸੀ ਵੀ ਹਾਂ ਵੀ ਉਸ ਸਮੇਂ ਦੀ ਕੀ ਹਿਸਟਰੀ ਹੋਵੇਗੀ ਉਹਨਾਂ ਨੂੰ ਪੜ੍ਹ ਕੇ। ਹੁਣ ਗੱਲ ਆਉਂਦੀ ਹੈ ਕਿ ਇਹ ਜਿਹੜਾ ਪੜ੍ਹਨ ਦਾ ਪ੍ਰੋਸੈਸ ਹੈ ਨਾ, ਕਿਉਂਕਿ ਉਹਨਾਂ ਦੀ ਆਪਣੀ ਭਾਸ਼ਾ ਹੁੰਦੀ ਸੀ, ਉਹਨਾਂ ਦੀ ਆਪਣੀ ਲਿਪੀ ਹੁੰਦੀ ਸੀ, ਤਾਂ ਇੰਨਾ ਆਸਾਨ ਨਹੀਂ ਹੁੰਦਾ ਇਹ ਸ਼ਿਲਾਲੇਖਾਂ ਨੂੰ ਪੜ੍ਹਨਾ। ਅਤੇ ਕਈ ਤਾਂ ਸ਼ਿਲਾਲੇਖ ਹਾਲੇ ਤੱਕ ਵੀ ਨਹੀਂ ਸਮਝੇ ਜਾ ਪਾਏ ਪੂਰੀ ਤਰ੍ਹਾਂ। ਅਤੇ ਇਹ ਜਿਹੜਾ ਪੁਰਾਣੇ ਸ਼ਿਲਾਲੇਖਾਂ ਨੂੰ ਪੜ੍ਹਨ ਦੀ ਹੁੰਦੀ ਨਾ ਪ੍ਰਕਿਰਿਆ, ਉਹਨੂੰ ਕੋਖਣ ਦੀ ਪੜਤਾਲ ਪ੍ਰਕਿਰਿਆ ਉਹਨੂੰ ਕਹਿੰਦੀ ਡੈਸੀਫਰ ਕਰਨਾ, ਲੱਭਣਾ। ਇਹਨਾਂ ਵਿੱਚੋਂ ਬਹੁਤ ਸਾਰੇ ਸੈਂਕੜੇ ਸਾਲ ਪਹਿਲਾਂ ਲਿਖੇ ਗਏ ਸਨ। ਸਾਰੇ ਸ਼ਿਲਾਲੇਖਾਂ ਵਿੱਚ ਲਿਪੀਆਂ ਅਤੇ ਭਾਸ਼ਾਵਾਂ ਦੋਵੇਂ ਸ਼ਾਮਿਲ ਸਨ। ਭਾਸ਼ਾਵਾਂ ਅਤੇ ਲਿਪੀਆਂ ਸਮੇਂ ਦੇ ਨਾਲ ਬਦਲ ਹੋ ਜਾਂਦੇ ਹਨ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜੋ ਪੁਰਾਣੇ ਸਮੇਂ 'ਚ ਜਿਸ ਤਰ੍ਹਾਂ ਬ੍ਰਹਮੀ ਲਿਪੀ ਫੇਮਸ ਸੀ, ਫਿਰ ਬ੍ਰਹਮੀ ਲਿਪੀ ਤੋਂ ਡਿਊ ਕੋਰਸ ਆਫ ਟਾਈਮ ਹੋਰ ਲਿਪੀਆਂ ਡਿਵੈਲਪ ਹੋਈਆਂ। ਪੁਰਾਣੇ ਸਮੇਂ ਵਿੱਚ ਸੰਸਕ੍ਰਿਤ ਭਾਸ਼ਾ ਫੇਮਸ ਸੀਗੀ, ਫਿਰ ਸੰਸਕ੍ਰਿਤ ਤੋਂ ਕਈ ਹੋਰ ਭਾਸ਼ਾਵਾਂ ਡਿਵੈਲਪ ਹੋਈਆਂ। ਅਤੇ ਉਸ ਹਿਸਾਬ ਨਾਲ ਫਿਰ ਸਾਨੂੰ ਅੱਜ ਦੇ ਸਮੇਂ ਉਹ ਪੁਰਾਣੀਆਂ ਲਿਪੀਆਂ ਨੂੰ ਪੜ੍ਹਨਾ ਇੰਨਾ ਆਸਾਨ ਨਹੀਂ ਹੁੰਦਾ। ਅਤੇ ਇਸ ਸਮਝਣ ਨੂੰ, ਪੜ੍ਹਨ ਨੂੰ, ਉਹਦਾ ਮਤਲਬ ਕੱਢਣ ਦੀ ਪ੍ਰਕਿਰਿਆ ਨੂੰ ਕਹਿੰਦੇ ਜੀ ਡੈਸੀਫਰਮੈਟ। ਤਾਂ ਵਿਦਵਾਨ ਕਿਵੇਂ ਸਮਝਦੇ ਹਨ ਕਿ ਕੀ ਲਿਖਿਆ ਗਿਆ ਸੀ? ਇਹ ਇੱਕ ਪ੍ਰਕਿਰਿਆ ਦੁਆਰਾ ਕੀਤਾ ਜਾਂਦਾ ਹੈ ਜਿਸ ਨੂੰ ਡੈਸੀਫਰਮੈਟ ਕਿਹਾ ਜਾਂਦਾ ਹੈ, ਡੈਸੀਫਰ ਕਰਨਾ। ਹੁਣ ਉਹ ਕੀ ਪ੍ਰਕਿਰਿਆ ਹੁੰਦੀ ਹੈ ਅਸੀਂ ਇਹਨਾਂ ਡਿਟੇਲ 'ਚ ਨਹੀਂ ਜਾਣਾ, ਉਹ ਖੋਜ ਰਿਸਰਚ ਦਾ ਏਰੀਆ ਆ ਵੀ ਅਸੀਂ ਨਾ ਅੱਖਰਾਂ ਦੀ ਬਣਾਵਟ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਉਹ ਉਸ ਟਾਈਮ ਦੇ ਹੋਰ ਭਾਸ਼ਾਵਾਂ ਵਿੱਚ ਜਿੱਦਾਂ ਮੇਨ ਫੇਮਸ ਅੱਖਰ ਆ ਉਹਨਾਂ ਨੂੰ ਦੇਖਦੇ ਹਾਂ, ਅੱਜ ਦੇ ਅੱਖਰਾਂ ਨੂੰ ਦੇਖਦੇ ਹਾਂ ਅਤੇ ਕੀ ਗੱਲ ਕਹੀ ਜਾ ਸਕਦੀ ਆ। ਇਸ ਤਰ੍ਹਾਂ ਇਹ ਲੰਬਾ ਪ੍ਰੋਸੈਸ ਆ। ਫਿਰ ਉਹਨੂੰ ਫਿਰ ਅੰਦਾਜ਼ੇ ਨਾਲ ਸਮਝਦੇ ਹਾਂ ਵੀ ਇਹ ਹੋਣਾ ਕੱਕਾ ਹੋਣਾ ਆ, ਹੈ ਨਾ, ਇਹ ਖੱਕਾ ਹੋਣਾ ਆ। ਇਸ ਤਰ੍ਹਾਂ ਉਹਨੂੰ ਕਹਿੰਦੇ ਜੀ ਡੈਸੀਫਰਮੈਟ। ਠੀਕ ਹੈ ਜੀ। ਅਤੇ ਅੱਜ ਲਈ ਇੰਨਾ ਹੀ ਰੱਖਦੇ, ਬਾਕੀ ਨੈਕਸਟ ਕਲਾਸ ਵਿੱਚ ਕਰਦੇ ਹਾਂ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।